ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾਵਰੀ ਮਹੱਲਾ ਪੰਜਵਾਂ। ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤ। ਸਾਧ ਸੰਗ ਹਰਿ ਹਰਿ ਜਪਤ ਨਿਰਮਲ ਸਾਚੀ ਰੀਤ। ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤ। ਸਾਧ ਸੰਗ ਹਰਿ ਹਰਿ ਜਪਤ ਨਿਰਮਲ ਸਾਚੀ ਰੀਤ। ਰਹਾਉ। ਦਰਸ਼ਨ ਕੀ ਪਿਆਸ ਘਣੀ ਚਿਤਵਤ ਅਨਕ ਪ੍ਰਕਾਰ। ਕਰਹੁ ਅਨੁਗ੍ਰਹੁ ਪਾਰ ਬ੍ਰਹਮ ਹਰਿ ਕਿਰਪਾ ਧਾਰ ਮੁਰਾਰ। ਦਰਸ਼ਨ ਕੀ ਪਿਆਸ ਘਣੀ ਚਿਤਵਤ ਅਨਕ ਪ੍ਰਕਾਰ। ਕਰਹੁ ਅਨੁਗ੍ਰਹੁ ਪਾਰ ਬ੍ਰਹਮ ਹਰਿ ਕਿਰਪਾ ਧਾਰ ਮੁਰਾਰ। ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਇਸ ਕਲਯੁਗ ਦੇ ਸਮੇਂ ਵਿੱਚ ਪਾਵਨ ਗੁਰੂ ਅਵਤਾਰ ਧਾਰਨ ਕਰਕੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਇਸ ਪਾਵਨ ਬਾਣੀ ਦੀ ਮਹਿਮਾ ਅਪਰੰਪਾਰ ਹੈ। ਸਤਿਗੁਰੂ ਦੇ ਬਚਨ ਹਨ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਬਾਣੀ ਸਾਰੀਆਂ ਬਾਣੀਆਂ ਦੇ ਵਿੱਚੋਂ ਸ਼੍ਰੋਮਣੀ ਬਾਣੀ ਹੈ। ਇਹ ਬਾਣੀ ਧੁਰ ਕੀ ਬਾਣੀ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵੀ ਆਪ ਅੰਮ੍ਰਿਤ ਬਾਣੀ ਉਚਾਰਨ ਕਰਦੇ ਤਾਂ ਕਦੇ ਵੀ ਇਸ ਗੱਲ ਦਾ ਦਾਅਵਾ ਨਹੀਂ ਸਨ ਕਰਦੇ ਕਿ ਇਹ ਬਾਣੀ ਮੇਰੀ ਹੈ। ਹਜ਼ੂਰ ਦਾ ਇਹੀ ਉਸ ਵੇਲੇ ਕਥਨ ਹੁੰਦਾ ਸੀ, ਹਉ ਆਪਾਂ ਹੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਮੈਂ ਆਪਣੇ ਆਪ ਕੁਝ ਵੀ ਬੋਲਣਾ ਨਹੀਂ ਜਾਣਦਾ। ਜਿਵੇਂ ਉਹ ਅਕਾਲ ਪੁਰਖ ਵਾਹਿਗੁਰੂ ਮੈਨੂੰ ਹੁਕਮ ਕਰਦਾ ਹੈ, ਜਿਵੇਂ ਉਹ ਮੈਨੂੰ ਬੁਲਾਉਂਦਾ ਹੈ, ਬੋਲਾਇਆ ਬੋਲੀ ਤੇਰਾ ਪ੍ਰਭ ਸਾਹਿਬ ਗੁਣੀ ਗਹਿਰਾ, ਮੈਂ ਉਸੇ ਤਰ੍ਹਾਂ ਹੀ ਬੋਲਦਾ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਬਾਣੀ ਕੇ ਬੋਹਿਤ ਮਹਾਨ ਪਰਉਪਕਾਰੀ ਸਤਿਗੁਰੂ ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਿਛਲਾ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ
ਅਸ਼ਟਪਦੀਆਂ ਦੇ ਵਿੱਚ ਪਹਿਲਾ ਸ਼ਬਦ ਸੀ। ਹੁਣ ਅੱਗੇ ਦੂਸਰਾ ਸ਼ਬਦ ਆਸਾਵਰੀ ਰਾਗਣੀ ਵਿੱਚ ਸਤਿਗੁਰੂ ਨੇ ਉਚਾਰਨ ਕੀਤਾ ਹੈ। ਆਸਾਵਰੀ ਮਹੱਲਾ ਪੰਜਵਾਂ ਕਰ ਤੀਜਾ। ਆਸਾਵਰੀ ਆਸਾ ਰਾਗ ਦੇ ਨਾਲ ਮਿਸ਼ਰਤ ਰਾਗਣੀ ਹੈ। ਆਸਾਵਰੀ ਰਾਗਣੀ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਰ ਤੀਜਾ ਤੀਜੇ ਕਾਰ ਸੁਰਤਾਲ ਦੇ ਵਿੱਚ ਅਗਲਾ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲਓ ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸੰਬੋਧਨ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤ, ਸਾਧ ਸੰਗ ਹਰਿ ਹਰਿ ਜਪਤ, ਨਿਰਮਲ ਸਾਚੀ ਰੀਤ ਰਹਾਉ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਮੇਰੇ ਮਨ, ਐ ਮੇਰੇ ਮਨ, ਐ ਮੇਰੇ ਪਿਆਰੇ, ਹਰਿ ਸਿਉ ਲਾਗੀ ਪ੍ਰੀਤ। ਸਾਡੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੀਤੀ ਲੱਗ ਗਈ ਹੈ। ਸਾਧ ਸੰਗ ਹਰ ਹਰ ਜਪਤ, ਪ੍ਰੀਤ ਕਿਵੇਂ ਲੱਗੀ ਹੈ? ਸਾਧ ਸੰਗਤ ਦੀ ਕਿਰਪਾ ਨਾਲ। ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਈ ਤੇਰੀ। ਸਾਧ ਸੰਗਤ ਦੇ ਵਿੱਚ ਵਾਹਿਗੁਰੂ 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 ਨਾਮ ਜਪਦਿਆਂ ਹੋਇਆਂ ਜਿੱਥੇ ਉਸ ਵਾਹਿਗੁਰੂ ਦੇ ਨਾਲ ਪ੍ਰੀਤ ਲੱਗੀ ਹੈ, ਉੱਥੇ ਨਾਲ ਦੀ ਨਾਲ ਨਿਰਮਲ ਸਾਚੀ ਰੀਤ ਤੇ ਬੜੀ ਨਿਰਮਲ ਪਵਿੱਤਰ ਸੱਚੀ ਰੀਤ ਰਹਿਤ ਮਰਜ਼ਾਦਾ ਵੀ ਸਾਡੀ ਬਣ ਗਈ ਹੈ। ਜਿਹੜਾ ਮਨੁੱਖ ਸਾਧ ਸੰਗਤ ਦੇ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਜਪਦਾ ਹੈ, ਜਿੱਥੇ ਉਹਦੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤੀ ਲੱਗਦੀ ਹੈ, ਔਰ ਉੱਥੇ ਉਹਦੇ ਜੀਵਨ ਦੀ ਮਰਜ਼ਾਦਾ ਵੀ ਬੜੀ ਨਿਰਮਲ, ਬੜੀ ਪਵਿੱਤਰ ਤੇ ਸੱਚੀ ਬਣ ਜਾਂਦੀ ਹੈ। ਕਿਉਂ? ਗੁਰਮੁਖਾਂ ਦੀ ਸੰਗਤ ਵਿੱਚੋਂ ਗੁਰਮਤਿ ਦੀ ਰਹਿਣੀ ਬਹਿਣੀ ਕਹਿਣੀ ਤੇ ਸਹਿਣੀ, ਇਹ ਚਾਰ ਚੀਜ਼ਾਂ ਸਾਨੂੰ ਪ੍ਰਾਪਤ ਹੁੰਦੀਆਂ ਨੇ। ਗੁਰਮਤਿ ਦੀ ਰਹਿਣੀ, ਜੋ ਸਤਿਗੁਰੂ ਨੇ ਗੁਰਸਿੱਖ ਨੂੰ ਬਾਣੀ ਤੇ ਬਾਣੀ ਦੀ ਰਹਿਤ ਬਖਸ਼ੀ ਹੈ, ਇਹ ਗੁਰਮਤਿ ਦੀ ਰਹਿਣੀ ਹੈ। ਦੂਸਰੇ ਨੰਬਰ ਤੇ ਬਹਿਣੀ, ਬਈ ਸੰਗਤ ਵਿੱਚ ਬੈਠਣਾ ਕਿਵੇਂ ਹੈ, ਇਹ ਵੀ ਬਹਿਣ ਦਾ ਤਰੀਕਾ ਵੀ ਗੁਰਮੁਖਾਂ ਦੀ ਸੰਗਤ ਵਿੱਚੋਂ ਹੀ ਸਾਨੂੰ ਪ੍ਰਾਪਤ ਹੁੰਦਾ ਹੈ। ਜਦੋਂ ਆਪਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬਹਿਣਾ ਹੈ ਤਾਂ ਸਾਨੂੰ ਉਸ ਵੇਲੇ ਜੋ ਗੁਰਮੁਖਾਂ ਦੀ ਰੀਤ ਹੈ, ਚੌਂਕੜਾ ਮਾਰ ਕੇ ਤੇ ਦੋਵੇਂ ਹੱਥ ਜੋੜ ਕੇ ਗੁਰੂ ਮਹਾਰਾਜ ਦੇ ਵੱਲ ਮੁਖ ਕਰਕੇ ਬਹਿਣਾ ਚਾਹੀਦਾ। ਇਹ ਹੈ ਗੁਰਮਤਿ ਦੀ ਬਹਿਣੀ। ਗੁਰਮਤਿ ਦੀ ਰਹਿਣੀ ਬਹਿਣੀ ਤੇ ਕਹਿਣੀ। ਤੀਸਰੇ ਨੰਬਰ ਤੇ ਕਹਿਣੀ ਹੈ, ਬਈ ਬੋਲਣਾ ਕਿਵੇਂ ਹੈ। ਬੋਲਣ ਦਾ ਤਰੀਕਾ ਵੀ ਗੁਰਮੁਖਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ। ਸੰਗਤ ਵਿੱਚੋਂ ਸਾਨੂੰ ਇਹ ਉਪਦੇਸ਼ ਮਿਲਦਾ ਹੈ, ਨਾਨਕ ਫਿੱਕੈ ਬੋਲੀਐ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸਟੀਐ ਮੋਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਇਸ ਲਈ ਗੁਰਮਤਿ ਦੀ ਰਹਿਣੀ ਬਹਿਣੀ ਕਹਿਣੀ ਤੇ ਸਹਿਣੀ ਚੌਥੇ ਨੰਬਰ ਤੇ ਹੈ। ਬਈ ਸੰਗਤ ਵਿੱਚ ਬੈਠਿਆਂ ਤੇ ਸਾਨੂੰ ਜਿਹੜੀ ਕਿਸੇ ਵੱਲੋਂ ਕਿਸੇ ਨੇ ਕੋਈ ਸਾਨੂੰ ਗੁੱਸੇ ਵਿੱਚ ਆ ਕੇ ਕਿਸੇ ਵੇਲੇ ਕੋਈ ਬਚਨ ਕਹਿ ਦਿੱਤਾ ਤੇ ਉਹਨੂੰ ਸਹਿਣ ਕਰਨਾ ਚਾਹੀਦਾ। ਤੇ ਜਦੋਂ ਅਸੀਂ ਸਹਿਣ ਕਰਦੇ ਹਾਂ ਤੇ ਉਸ ਵੇਲੇ ਇਹਦੇ ਨਾਲ ਸਾਡੇ ਮਨ ਦੇ ਵਿੱਚ ਖਿਮਾ ਹਲੀਮੀ ਨਿਮਰਤਾ ਪੈਦਾ ਹੋ ਜਾਂਦੀ ਹੈ। ਤੇ ਜੇ ਅਸੀਂ ਕਿਸੇ ਦੀ ਗੱਲ ਨੂੰ ਸਹਾਰਦੇ ਨਹੀਂ
ਤੇ ਫਿਰ ਆਪਣੇ ਦਿਲ ਵਿੱਚ ਕੁੜੀ ਜਾਂਦੇ ਹਾਂ। ਉਹਦੇ ਨਾਲ ਆਪਣੇ ਮਨ ਨੂੰ ਵੀ ਅਸ਼ਾਂਤੀ ਤੇ ਦੂਜਿਆਂ ਦੇ ਮਨ ਨੂੰ ਵੀ ਅਸ਼ਾਂਤੀ ਪੈਦਾ ਕਰਦੇ ਹਾਂ। ਇਸੇ ਲਈ ਗੁਰਮਤਿ ਦੀ ਰਹਿਣੀ ਬਹਿਣੀ ਕਹਿਣੀ ਸਹਿਣੀ, ਇਹ ਜਿਹੜੀ ਗੁਰਮਤਿ ਦੀ ਪਵਿੱਤਰ ਤੇ ਸੱਚੀ ਰਹੁਰੀਤ ਹੈ, ਇਹ ਵੀ ਸਾਧ ਸੰਗਤ ਵਿੱਚੋਂ ਪ੍ਰਾਪਤ ਹੋ ਜਾਂਦੀ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਦਰਸ਼ਨ ਕੀ ਪਿਆਸ ਘਣੀ ਚਿਤਵਤ ਅਨਕ ਪ੍ਰਕਾਰ। ਗੁਰਮੁਖੋ, ਉਸ ਵਾਹਿਗੁਰੂ ਦੇ ਦਰਸ਼ਨਾਂ ਦੀ ਘਣੀ ਦਾ ਅਰਥ ਹੈ ਬਹੁਤੀ ਪਿਆਸ ਸਾਡੇ ਮਨ ਦੇ ਵਿੱਚ ਲੱਗੀ ਹੋਈ ਹੈ। ਚਿਤਵਤ ਅਨਕ ਪ੍ਰਕਾਰ, ਤੇ ਉਸ ਵਾਹਿਗੁਰੂ ਦੇ ਅਨੇਕਾਂ ਪ੍ਰਕਾਰ ਦੇ ਜੋ ਗੁਣ ਨੇ, ਅਸੀਂ ਉਹਨਾਂ ਨੂੰ ਚਿਤਵਦੇ ਰਹਿੰਦੇ ਹਾਂ। ਬਈ ਉਸ ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰ ਕਰਕੇ ਤੇ ਅਸੀਂ ਉਸ ਵਾਹਿਗੁਰੂ ਦੇ ਦਰਸ਼ਨਾਂ ਦੇ ਲਈ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਰਹਿੰਦੇ ਹਾਂ। ਕਿਉਂਕਿ ਵਾਹਿਗੁਰੂ ਦੇ ਵਿੱਚ ਬੇਅੰਤ ਗੁਣ ਨੇ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਾਰੇ ਗੁਣ ਉਸ ਪਰਮਾਤਮਾ ਵਿੱਚ ਹੀ ਨੇ, ਹੋਰ ਕਿਸੇ ਵਿੱਚ ਨਹੀਂ ਹੋ ਸਕਦੇ। ਤੇ ਉਹ ਪਰਮਾਤਮਾ ਇੰਨਾ ਦਿਆਲੂ ਕਿਰਪਾਲੂ ਵੀ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ, ਜੇ ਤੈਸ ਗੁਣ ਕੋਈ ਕਰੇ। ਉਸ ਵਾਹਿਗੁਰੂ ਦੇ ਬੇਅੰਤ ਗੁਣ ਨੇ। ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਬਾਰ ਗਨੀਮਨ ਗਾਰੈ। ਪਛ ਪਸ਼ੂ ਨਗ ਨਾਗਨ ਰਾਧਵ, ਸਰਬ ਸਮੈ ਸਭ ਕੋ ਪ੍ਰਤਪਾਰੈ। ਪੋਖਤ ਹੈ ਜਲ ਮੈਂ ਥਲ ਮੈਂ, ਪਲ ਮੈਂ ਕਲ ਕੇ ਨੀ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਇਹ ਵਾਹਿਗੁਰੂ ਦੇ ਬੇਅੰਤ ਗੁਣ ਨੇ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਾਰਨ ਨਾ ਸਾਕਉ, ਤੂੰ ਠਾਕੁਰ ਊਚ ਭਗਵਾਨਾ। ਹਜ਼ੂਰ ਕਹਿੰਦੇ ਨੇ, ਸਾਡੇ ਮਨ ਦੇ ਵਿੱਚ ਵਾਹਿਗੁਰੂ ਦੇ ਦਰਸ਼ਨਾਂ ਦੀ ਬਹੁਤੀ ਪਿਆਸ ਲੱਗੀ ਹੋਈ ਹੈ ਤੇ ਅਨੇਕਾਂ ਪ੍ਰਕਾਰ ਦੇ ਵਾਹਿਗੁਰੂ ਦੇ ਗੁਣਾਂ ਨੂੰ ਚਿਤਵਦੇ ਰਹਿੰਦੇ ਹਾਂ। ਕਰਹੁ ਅਨੁਗ੍ਰਹ ਪਾਰ ਬ੍ਰਹਮ, ਹਰ ਕਿਰਪਾ ਧਾਰ ਮੁਰਾਰ। ਤੇ ਨਾਲ ਹੀ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਵੀ ਕਰਦੇ ਹਾਂ। ਹੇ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਤੇ ਹਰ ਸਾਰੇ ਪਾਪਾਂ ਨੂੰ ਹਰਨਾਸ਼ ਕਰਨ ਵਾਲੇ ਮੁਰਾਰ, ਹੰਕਾਰ ਰੂਪੀ ਮੁਰਦੈਂਤ ਨੂੰ ਨਾਸ਼ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਕਰੋ ਅਨੁਗ੍ਰਹ, ਸਾਡੇ ਤੇ ਮਿਹਰ ਕਰੋ, ਸਾਡੇ ਤੇ ਦਇਆ ਕਰੋ। ਕਿਉਂਕਿ ਹਰ ਕਿਰਪਾ ਧਾਰ ਮੁਰਾਰ, ਹੈ ਵਾਹਿਗੁਰੂ ਜੀ, ਤੁਸੀਂ ਕਿਰਪਾ ਧਾਰਨ ਵਾਲੇ ਹੋ, ਤੁਸੀਂ ਕਿਰਪਾ ਧਾਰੀ ਹੋ, ਦਿਆਲੂ ਕਿਰਪਾਲੂ ਸਰੂਪ ਹੋ, ਤੇ ਮੇਰੇ ਤੇ ਵੀ ਕਿਰਪਾ ਕਰ ਦਿਓ। ਮਨ ਪਰਦੇਸੀ ਆਇਆ, ਮਿਲਿਓ ਸਾਧ ਕੈ ਸੰਗ। ਲੋ ਹਜ਼ੂਰ ਕਹਿੰਦੇ ਨੇ, ਅਸਾਂ ਬੇਨਤੀਆਂ ਕੀਤੀਆਂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ, ਤੇ ਨਾਲ ਇਹ ਵੀ ਆਖਿਆ, ਸੱਚੇ ਪਾਤਸ਼ਾਹ ਸਾਡਾ ਮਨ ਤੇ ਪਰਦੇਸੀ ਹੈ। ਇਹ ਪਤਾ ਨਹੀਂ ਕਿੰਨੀਆਂ ਜੂਨਾਂ ਦੇ ਵਿੱਚ ਭਟਕਦਾ ਭਟਕਦਾ ਹੁਣ ਇਸ ਮਨੁੱਖਾ ਦੇਹ ਦੇ ਵਿੱਚ ਆਇਆ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਸਤਿਗੁਰੂ ਨੇ ਇਸ ਮਨੁੱਖ ਨੂੰ ਸਾਰੀਆਂ ਜੂਨਾਂ ਦਾ ਬਾਦਸ਼ਾਹ ਆਖਿਆ ਹੈ। 84 ਲੱਖ ਜੂਨ ਵਿੱਚ ਉਤਮ ਜਨਮ ਸੋ ਮਾਨਸ ਦੇਹੀ। ਇਹ ਸਾਡਾ ਪਰਦੇਸੀ ਮਨ ਅਨੇਕਾਂ ਜੂਨਾਂ ਦੇ ਵਿੱਚ ਭਟਕਦਾ ਭਟਕਦਾ ਹੁਣ ਇਸ ਮਨੁੱਖਾ ਦੇਹ ਦੇ ਵਿੱਚ ਆਇਆ ਹੈ। ਮਿਲਿਓ ਸਾਧ ਕੈ ਸੰਗ, ਹੁਣ ਇਸ ਦੇ ਵਿੱਚ ਆ ਕੇ ਸਾਧ ਗੁਰੂ ਦੀ ਸੰਗਤ ਵਿੱਚ ਆ ਕੇ ਮਿਲ ਪਿਆ ਹੈ। ਜਿਸ ਵਖਰ ਕੋ ਚਾਹਤਾ ਸੋ ਪਾਇਓ ਨਾ ਮਹਿ ਰੰਗ। ਇਹ ਸਾਡਾ ਮਨ ਜਿਸ ਨਾਮ ਰੂਪੀ ਵਖਰ ਨੂੰ ਚਾਹੁੰਦਾ ਸੀ, ਅਥਵਾ ਜਿਸ ਆਤਮ ਗਿਆਨ ਰੂਪੀ ਵਸਤੂ ਨੂੰ ਚਾਹੁੰਦਾ ਸੀ, ਜਿਸ ਬ੍ਰਹਮ ਗਿਆਨ ਨੂੰ ਚਾਹੁੰਦਾ ਸੀ, ਸੋ ਪਾਇਓ ਨਾ ਮਹਿ ਰੰਗ। ਬਈ ਉਹ ਅਸੀਂ ਨਾਮ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗ ਕੇ ਉਸ ਵਖਰ ਨੂੰ, ਉਸ ਵਸਤੂ ਨੂੰ, ਬਖਸ਼ਿਸ਼ ਨੂੰ ਪ੍ਰਾਪਤ ਕਰ ਲਿਆ ਹੈ। ਜੇਤੇ ਮਾਇਆ ਰੰਗ ਰਸ, ਬਿਨ ਸਜਾਏ ਖਿਨ ਮਾਹੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਹਨ, ਐ ਮਨਾ, ਜਿੰਨੇ ਵੀ ਮਾਇਆ ਦੇ ਰੰਗ ਨੇ ਤੇ ਜਿੰਨੇ ਮਾਇਆ ਦੇ ਰਸ ਨੇ, ਬਿਨ ਸਜਾਏ ਖਿਨ ਮਾਹੇ, ਇਹ ਤੇ ਖਿਨ ਦੇ ਵਿੱਚ ਹੀ ਨਾਸ ਹੋ ਜਾਣ ਵਾਲੇ ਹਨ। ਭਗਤ ਰਤੇ ਤੇਰੇ ਨਾਮ ਸਿਉ, ਸੁਖ ਪੁੰਚੈ ਸਭ ਠਾਏ।
ਇਸੇ ਲਈ ਜਿਹੜੇ ਤੇਰੇ ਭਗਤ ਨੇ ਉਹ ਇਸ ਮਾਇਆ ਦੇ ਰੰਗ ਰਸਾਂ ਨੂੰ ਛੱਡ ਕੇ ਉਹ ਤੇਰੇ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ। ਕਿਉਂਕਿ ਨਾਮ ਦਾ ਰੰਗ ਮਜੀਠ ਦਾ ਰੰਗ ਹੈ। ਮਜੀਠ ਦਾ ਰੰਗ ਪੱਕਾ ਰੰਗ ਹੁੰਦਾ ਹੈ, ਜਿਹੜਾ ਕਦੀ ਉਤਰਦਾ ਨਹੀਂ। ਭਗਤ ਰਤੇ ਤੇਰੇ ਨਾਮ ਸਿਉ, ਜਿਹੜੇ ਤੇਰੇ ਭਗਤ ਨੇ ਉਹ ਤੇਰੇ ਨਾਮ ਦੇ ਰੰਗ ਵਿੱਚ ਰੰਗੇ ਗਏ ਨੇ। ਸੁਖ ਪਹੁੰਚੈ ਸਭ ਠਾਏ, ਉਹ ਜਿੱਥੇ ਵੀ ਜਾਂਦੇ ਨੇ ਸਭ ਥਾਵਾਂ ਤੇ ਸੁਖ ਭੋਗਦੇ ਨੇ। ਕਿਉਂਕਿ ਉਹਨਾਂ ਭਗਤਾਂ ਕੋਲੇ ਨਾਮ ਦਾ ਰੰਗ ਹੁੰਦਾ ਹੈ। ਜਿਹਦੇ ਕੋਲੇ ਨਾਮ ਦਾ ਰੰਗ ਹੋਵੇ ਉਹ ਜਿੱਥੇ ਵੀ ਜਾਵੇ ਉਹਨੂੰ ਸੁਖ ਹੀ ਸੁਖ ਪ੍ਰਾਪਤ ਹੁੰਦਾ ਹੈ। ਉਹਦੇ ਲਈ ਕਾਲ ਕੋਠੜੀ ਵੀ ਸਵਰਗ ਬਣ ਜਾਂਦੀ ਹੈ। ਇਸੇ ਲਈ ਸਤਿਗੁਰੂ ਦੇ ਬਚਨ ਆਏ ਨੇ, ਗੁਰ ਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਉਹ ਜਿੱਥੇ ਵੀ ਗੁਰਮੁਖ ਪਿਆਰੇ ਜਾਂਦੇ ਨੇ ਸਭ ਥਾਵਾਂ ਤੇ ਸੁਖ ਹੀ ਸੁਖ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਸਭ ਜਗ ਚਲ ਤੋ ਪੇਖੀਐ, ਨਿਹਚਲ ਹਰਿ ਕੋ ਨਾਉ। ਹਜ਼ੂਰ ਕਹਿੰਦੇ ਨੇ ਬਈ ਜਿਤਨਾ ਵੀ ਸੰਸਾਰ ਹੈ ਇਹ ਸਾਰਾ ਸੰਸਾਰ ਹੀ ਚਲ ਤੋਂ ਦਾ ਅਰਥ ਚੱਲਦਾ ਹੋਇਆ ਵੇਖਿਆ ਜਾਂਦਾ ਹੈ। ਭਾਵ ਇਹ ਜਿਹੜਾ ਸੰਸਾਰ ਹੈ ਸਥਿਰ ਨਹੀਂ, ਇਹ ਇੱਕ ਪ੍ਰਵਾਹ ਰੂਪ ਹੈ। ਤੁਸੀਂ ਧਿਆਨ ਦੇ ਨਾਲ ਕਿਸੇ ਨਦੀ ਦੇ ਕਿਨਾਰੇ, ਕਿਸੇ ਨਹਿਰ ਦੇ ਕਿਨਾਰੇ ਜਾ ਕੇ ਦੇਖੋ, ਜਿਵੇਂ ਕਿਸੇ ਨਦੀ ਦਾ, ਕਿਸੇ ਦਰਿਆ ਦਾ ਪਾਣੀ ਵਗ ਰਿਹਾ ਹੁੰਦਾ ਤੇ ਆਪਾਂ ਦੂਸਰੇ ਦਿਨ ਜਾ ਕੇ ਵੇਖੀਏ ਪਾਣੀ ਉਹ ਨਹੀਂ ਹੁੰਦਾ, ਉਹ ਪਾਣੀ ਹੋਰ ਹੁੰਦਾ। ਹਜ਼ੂਰ ਕਹਿੰਦੇ ਨੇ ਸਭ ਜਗ ਚਲ ਤੋਂ ਪੇਖੀਐ, ਇਹ ਸਾਰਾ ਸੰਸਾਰ ਵੀ ਇੱਕ ਪ੍ਰਵਾਹ ਰੂਪ ਹੈ, ਚੱਲ ਰਿਹਾ ਹੈ। ਇੱਕ ਪਾਸੇ ਜੀਵ ਆਉਂਦੇ ਨੇ, ਦੂਸਰੇ ਪਾਸੇ ਤੁਰੇ ਜਾ ਰਹੇ ਨੇ। ਨਿਹਚਲ ਹਰਿ ਕੋ ਨਾਉ, ਜੇ ਕੋਈ ਅਚਲ ਵਸਤੂ ਹੈ ਤਾਂ ਹਜ਼ੂਰ ਕਹਿੰਦੇ ਉਹ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ, ਜਿਸ ਦੇ ਲਈ ਸਤਿਗੁਰੂ ਨੇ ਪ੍ਰੇਰਣਾ ਵੀ ਕੀਤੀ ਹੈ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਵਾਹਿਗੁਰੂ ਦਾ ਨਾਮ ਹਮੇਸ਼ਾ ਲਈ ਸਿਰ ਰਹਿਣ ਵਾਲੀ ਵਸਤੂ ਹੈ। ਬਾਕੀ ਸਾਰਾ ਸੰਸਾਰ ਇਹ ਚੱਲਦਾ ਹੋਇਆ ਚਲਾਏ ਮਨ ਨਾਸ਼ਵੰਤ ਦਿਖੀਦਾ ਹੈ। ਕਰ ਮਿਤਰਾਈ ਸਾਧ ਸਿਉ, ਨਿਹਚਲ ਪਾਵਹਿ ਠਾਉ। ਸੱਚੇ ਪਾਤਸ਼ਾਹ ਫਿਰ ਕਿਸੇ ਤਰੀਕੇ ਦੇ ਨਾਲ ਸਾਨੂੰ ਸदैवी ਮੁਕਾਮ, ਸदैवी ਘਰ ਵੀ ਮਿਲ ਸਕਦਾ ਹੈ। ਹਜ਼ੂਰ ਕਹਿੰਦੇ ਪਾਈ ਹਾਂ ਕਰ ਮਿਤਰਾਈ ਸਾਧ ਸਿਉ, ਤੁਸੀਂ ਸਤਿਗੁਰੂ ਦੇ ਨਾਲ ਮਿੱਤਰਤਾ ਪਾਓ, ਗੁਰੂ ਦੀ ਸਿੱਖੀ ਧਾਰਨ ਕਰੋ, ਗੁਰੂ ਦੇ ਸਪੁੱਤਰ ਬਣ ਜਾਓ। ਕਰ ਮਿਤਰਾਈ ਸਾਧ ਸਿਉ, ਜਦੋਂ ਤੁਸੀਂ ਗੁਰੂ ਦੇ ਨਾਲ ਮਿੱਤਰਤਾ ਪਾ ਲਵੋਗੇ, ਨਿਹਚਲ ਪਾਵਹਿ ਠਾਉ, ਫਿਰ ਤੁਹਾਨੂੰ ਵੀ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਅਚਲ ਟਿਕਾਣਾ ਪ੍ਰਾਪਤ ਹੋ ਜਾਵੇਗਾ। ਜਿਵੇਂ ਭਾਈ ਡੱਲੇ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸੇਵਾ ਕੀਤੀ ਤੇ ਸਤਿਗੁਰੂ ਕਹਿਣ ਲੱਗੇ ਭਾਈ ਡੱਲਿਆ ਮੰਗ ਜੋ ਮੰਗਣਾ ਹੈ। ਕਹਿਣ ਲੱਗਾ ਸੱਚੇ ਪਾਤਸ਼ਾਹ ਬਸ ਹੁਣ ਕਿਰਪਾ ਕਰੋ, ਆਪਣੇ ਚਰਨਾਂ ਵਿੱਚ ਪੀੜੀ ਜੋਗੀ ਥਾਂ ਬਖਸ਼ਿਸ਼ ਕਰ ਦਿਓ। ਚੌਜੀ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਭਾਈ ਡੱਲਿਆ ਕੁਛ ਹੋਰ ਮੰਗ ਲੈ। ਨਹੀਂ ਮਹਾਰਾਜ ਇਹੀ ਚਾਹੀਦਾ। 3 ਵਾਰੀ ਬਚਨ ਆਖਿਆ ਭਾਈ ਡੱਲੇ ਨੇ, ਇਹੀ ਮੰਗ ਦੁਹਰਾਈ ਸੱਚੇ ਪਾਤਸ਼ਾਹ ਨਹੀਂ ਬਸ ਤੁਹਾਡੇ ਚਰਨਾਂ ਵਿੱਚ ਥਾਂ ਚਾਹੀਦਾ। ਤਾਂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭਾਈ ਡੱਲਿਆ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕ, ਜਦੋਂ ਅੰਮ੍ਰਿਤ ਛਕੇਗਾ ਫਿਰ ਤੈਨੂੰ ਸਾਡੇ ਚਰਨਾਂ ਵਿੱਚ ਥਾਂ ਮਿਲ ਸਕਦੀ ਹੈ। ਭਾਈ ਡੱਲੇ ਨੇ ਗੁਰੂ ਦਾ ਬਚਨ ਮੰਨਿਆ। ਚੌਜੀ ਪਾਤਸ਼ਾਹ ਪ੍ਰਸੰਨ ਹੋ ਕੇ ਕਹਿਣ ਲੱਗੇ ਲੈ ਭਾਈ ਡੱਲਿਆ, ਤੂੰ ਅੱਜ ਤੋਂ ਭਾਈ ਡਲ ਸਿੰਘ ਸਰਦਾਰ ਬਣਿਆ। ਅੱਗੇ ਤੂੰ ਸਾਡੇ ਚਰਨਾਂ ਵਿੱਚ ਪੀੜੀ ਜੋਗੀ ਥਾਂ ਭਾਲਦਾ ਸੀ, ਲੈ ਹੁਣ ਉੱਥੇ ਭਾਵੇਂ ਮੰਜੇ ਡਾਹ ਲਵੇਂ, ਪਰਿਵਾਰ ਨੂੰ ਵੀ ਲੈ ਆਵੀਂ। ਸਾਰਿਆਂ ਲਈ ਹੁਣ ਦਰਵਾਜ਼ੇ ਖੁੱਲ ਗਏ ਨੇ। ਜਿਨ੍ਹਾਂ ਨੇ ਗੁਰੂ ਦੇ ਨਾਲ ਸਿੱਖੀ ਦੀ ਸਾਂਝ ਪਾ ਲਈ, ਅੰਮ੍ਰਿਤ ਛਕ ਲਿਆ, ਗੁਰੂ ਵਾਲੇ ਬਣ ਗਏ, ਫਿਰ ਉਹਨਾਂ ਸਾਰਿਆਂ ਨੂੰ ਹੀ ਗੁਰੂ ਚਰਨਾਂ ਦੇ ਵਿੱਚ ਸੱਚਖੰਡ ਦੇ ਵਿੱਚ ਥਾਂ ਮਿਲਦਾ ਹੈ। ਇਸੇ ਲਈ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਕਰ ਮਿਤਰਾਈ ਸਾਧ ਸਿਉ, ਬਈ ਤੁਸੀਂ ਗੁਰੂ ਦੇ ਨਾਲ ਮਿੱਤਰਤਾ ਪਾਓ ਤੇ ਫਿਰ ਤੁਸੀਂ ਅਚਲ ਟਿਕਾਣਾ ਲੱਭ ਸਕਦੇ ਹੋ। ਮੀਤ ਸਾਜਨ ਸੁਤ ਬੰਧ ਪਾ ਕੋ ਹੋਤ ਨਾ ਸਾਥ, ਕਿ ਗੁਰੂ ਨਾਲ ਮਿੱਤਰਤਾ ਪਾਉਣੀ ਚਾਹੀਦੀ ਹੈ। ਜਿਹੜੇ ਹੋਰ ਸਾਡੇ ਮਿੱਤਰ ਸੱਜਣ ਨੇ ਉਹਨਾਂ ਨਾਲੋਂ ਨਾਤਾ ਤੋੜ ਲਈਏ ਤਾਂ ਸਤਿਗੁਰੂ ਕਹਿੰਦੇ ਭਾਈ ਇਹ ਤੁਹਾਡੀ ਮਰਜ਼ੀ ਹੈ। ਪਰ ਹਕੀਕਤ ਇਹ ਹੈ ਜਿੰਨੇ ਵੀ ਦੁਨਿਆਵੀ ਮਿੱਤਰ ਨੇ, ਸੱਜਣ ਨੇ ਤੇ ਸਾਡਾ ਪਰਿਵਾਰ ਹੈ,
ਪੁੱਤਰ ਵੀ ਹਨ, ਬੰਧ ਪਾ ਹੋਰ ਰਿਸ਼ਤੇਦਾਰ ਸਾਕ ਸੰਬੰਧੀ ਨੇ। ਕਹੂ ਹੋਤ ਨਾ ਸਾਥ, ਵੀ ਜਦੋਂ ਆਂਦਾ ਸਮਾਂ ਆਉਂਦਾ ਕੋਈ ਸਾਡੇ ਨਾਲ ਨਹੀਂ ਹੁੰਦਾ। ਇੱਕ ਅਟਲ ਸਚਾਈ ਹੈ, ਮਾਤ ਪਿਤਾ ਬੰਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤਹਿ ਕੋ ਨਾ ਸਹਾਈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਭਾਈ ਗੁਰੂ ਨਾਲ ਮਿੱਤਰਤਾ ਪਾਓ। ਏਕ ਨਿਵਾਹੂ ਰਾਮ ਨਾਮ, ਦੀਨਾ ਕਾ ਪ੍ਰਭਨਾਥ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਗੁਰਮੁਖੋ ਵੀ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਨਿਵਾਹੂ, ਉਹ ਤੁਹਾਡੇ ਨਾਲ ਭਾਈ ਨਿਭਣ ਵਾਲਾ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਉਹ ਨਾਮ ਵੀ ਭਾਈ ਗੁਰੂ ਤੋਂ ਮਿਲਦਾ, ਇਸ ਲਈ ਗੁਰੂ ਨਾਲ ਮਿੱਤਰਤਾ ਪਾਓ ਤੇ ਸਤਿਗੁਰੂ ਨਾਮ ਦੀ ਦਾਤ ਝੋਲੀ ਵਿੱਚ ਪਾਉਂਦੇ ਨੇ। ਤੇ ਉਹ ਨਾਮ ਇੱਕ ਨਾਮ ਹੀ ਅੱਗੇ ਨਾਲ ਨਿਭਣ ਵਾਲਾ ਹੈ, ਦੀਨਾ ਕਾ ਪ੍ਰਭਨਾਥ। ਤੇ ਉਹ ਅਕਾਲ ਪੁਰਖ ਵਾਹਿਗੁਰੂ ਭਾਈ ਦੀਨਾਂ ਦਾ ਮਾਲਕ ਹੈ, ਗਰੀਬਾਂ ਦਾ ਸੁਆਮੀ ਹੈ। ਇਸ ਲਈ ਉਸ ਗਰੀਬ ਨਵਾਜ ਵਾਹਿਗੁਰੂ ਦੇ ਨਾਲ ਪਿਆਰ ਕਰੋ। ਚਰਨ ਕਮਲ ਬੋਹਿਤ ਭਏ, ਲਗ ਸਾਗਰ ਤਰਿਓ ਤੇਹ। ਹਾਜ਼ੂਰ ਕਹਿੰਦੇ ਭਾਈ ਜਿਹੜੇ ਗੁਰੂ ਦੇ ਚਰਨ ਕਮਲ ਨੇ ਉਹ ਸਾਡੇ ਲਈ ਬੋਹਿਤ ਪਏ ਜਹਾਜ਼ ਬਣ ਗਏ। ਲਗ ਸਾਗਰ ਤਰਿਓ ਤੇ ਅਸੀਂ ਉਹਨਾਂ ਚਰਨਾਂ ਕਮਲਾਂ ਦੇ ਨਾਲ ਲੱਗ ਕੇ ਬਈ ਇਹ ਜਿਹੜਾ ਸੰਸਾਰ ਸਮੁੰਦਰ ਸੀ ਇਹਨੂੰ ਤਰ ਲਿਆ ਹੈ, ਭਵ ਸਾਗਰ ਨੂੰ ਪਾਰ ਕਰ ਲਿਆ ਹੈ। ਅਥਵਾ ਚਰਨ ਕਮਲ ਬੋਹਿਤ ਪਏ, ਜਿਹੜੇ ਉਸ ਅਕਾਲ ਪੁਰਖ ਦੇ ਨਾਮ ਰੂਪੀ ਚਰਨ ਕਮਲ ਸਨ ਉਹ ਸਾਡੇ ਲਈ ਜਹਾਜ਼ ਬਣ ਗਏ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਉਸ ਨਾਮ ਰੂਪੀ ਜਹਾਜ਼ ਦੀ ਓਟ ਲੈ ਕੇ ਅਸੀਂ ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਲਿਆ ਹੈ। ਭੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸਿਉਨੇ। ਹੁਣ ਸਾਨੂੰ ਪੂਰਾ ਸਤਿਗੁਰੂ ਮਿਲਿਆ ਹੈ ਤੇ ਉਸ ਪੂਰੇ ਸਤਿਗੁਰੂ ਦੀ ਕਿਰਪਾ ਨਾਲ ਸਾਚਾ ਪ੍ਰਭ ਸਿਉਨੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸੱਚਾ ਪ੍ਰੇਮ ਲੱਗ ਗਿਆ ਹੈ। ਕਿਉਂਕਿ ਪੂਰੇ ਸਤਿਗੁਰੂ ਦੀ ਕਿਰਪਾ ਨਾਲ ਹੀ ਉਸ ਵਾਹਿਗੁਰੂ ਨਾਲ ਸੱਚਾ ਪ੍ਰੇਮ ਲੱਗਦਾ ਹੈ, ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਸਾ ਤੇਰੇ ਕੀ ਜਾਚਨਾ ਵਿਸਰਨਾ ਸਾਸ ਗਿਰਾਸ। ਹਾਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਅਸੀਂ ਤੇਰੇ ਸਾਧ ਹਾਂ, ਸੇਵਕ ਹਾਂ, ਨਾਮ ਜਪਣ ਵਾਲੇ ਤੇਰੇ ਦਾਸ ਹਾਂ। ਸਾਡੀ ਇਹੀ ਜਾਚਨਾ ਹੈ, ਇਹੀ ਬੇਨਤੀ ਹੈ, ਇਹੀ ਜੋਤੜੀ ਹੈ। ਵਿਸਰਨਾ ਸਾਸ ਗਿਰਾਸ, ਸਾਨੂੰ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਕਦੀ ਵੀ ਭੁੱਲਣਾ। ਅਸੀਂ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਵੀ ਗਰਾਸ, ਜਦੋਂ ਗਰਾਹੀ ਅਸੀਂ ਮੂੰਹ ਵਿੱਚ ਪਾਈਏ ਉਸ ਵੇਲੇ ਵੀ ਵਾਹਿਗੁਰੂ ਵਾਹਿਗੁਰੂ ਜਪੀਏ। ਹਰ ਗਰਾਹੀ ਪਾਉਣ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਰਹੀਏ। ਬਸ ਇਹ ਅਸੀਂ ਤੇਰੇ ਪਾਸੋਂ ਮੰਗਦੇ ਹਾਂ। ਜੋ ਤੁਧ ਭਾਵੈ ਸੋ ਭਲਾ, ਤੇਰਾ ਭਾਣੈ ਕਾਰਜ ਰਾਸ। ਤੇ ਨਾਲ ਹੀ ਹੈ ਵਾਹਿਗੁਰੂ ਜੋ ਤੈਨੂੰ ਪਾਉਂਦਾ ਹੈ ਉਹੀ ਸਾਨੂੰ ਭਲਾ ਜਾਪੇ। ਭਾਵ ਤੇਰੇ ਭਾਣੇ ਵਿੱਚ ਪ੍ਰਸੰਨ ਰਹੀਏ। ਤੇਰਾ ਭਾਣਾ ਕਾਰਜ ਰਾਸ, ਤੇਰੇ ਭਾਣੇ ਵਿੱਚ ਸਾਡੇ ਸਾਰੇ ਕਾਰਜ ਸੰਪੂਰਨ ਹੋਏ ਹਨ। ਸੁਖ ਸਾਗਰ ਪ੍ਰੀਤਮ ਮਿਲੇ, ਉਪਜੇ ਮਹਾ ਆਨੰਦ। ਹਜ਼ੂਰ ਫਰਮਾਉਂਦੇ ਨੇ ਭਾਈ ਸੁਖਾਂ ਦੇ ਸਾਗਰ, ਸੁਖਾਂ ਦੇ ਸਮੁੰਦਰ ਸਾਨੂੰ ਪ੍ਰੀਤਮ ਪਰਮੇਸ਼ਰ ਜੀ ਮਿਲ ਪਏ ਨੇ। ਉਹ ਪਿਆਰੇ ਪ੍ਰੀਤਮ ਸੁਖਾਂ ਦੇ ਸਾਗਰ ਸਾਨੂੰ ਮਿਲ ਪਏ ਨੇ। ਉਪਜੇ ਮਹਾ ਆਨੰਦ, ਤੇ ਵਾਹਿਗੁਰੂ ਦੇ ਮਿਲਣ ਤੋਂ ਮਹਾ ਆਨੰਦ, ਬਹੁਤ ਵੱਡੇ ਆਨੰਦ ਪ੍ਰਗਟ ਹੋ ਗਏ ਹਨ। ਕਹੋ ਨਾਨਕ ਸਭ ਦੁੱਖ ਮਿਟੇ, ਪ੍ਰਭ ਭੇਟੇ ਪਰਮਾਨੰਦ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਹੁਣ ਸਾਨੂੰ ਪਰਮ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਮਿਲ ਪਏ ਨੇ, ਔਰ ਉਹਨਾਂ ਦੇ ਮਿਲਾਪ ਦਾ ਸਦਕਾ ਸਭ ਦੁੱਖ ਮਿਟੇ। ਸਾਰੇ ਦੁੱਖ ਜਨਮ ਮਰਨ ਦੇ ਵਿਛੋੜੇ ਦੇ ਮਿਟ ਗਏ ਹਨ। ਕਿਉਂਕਿ ਵਾਹਿਗੁਰੂ ਦੇ ਮਿਲਾਪ ਦੇ ਨਾਲ ਇੱਥੋਂ ਤੱਕ ਮੌਤ ਦਾ ਵੱਡਾ ਦੁੱਖ ਵੀ ਭੁੱਲ ਜਾਂਦਾ ਹੈ। ਜਿਹਨੂੰ ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ ਨੇ, ਕਬੀਰ ਭਗਤ ਜੀ ਵਾਂਗੂ ਕਹਿ ਦਿੰਦਾ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ। ਇਹ ਗੁਰਮੁਖਾਂ ਦੀ, ਬ੍ਰਹਮ ਗਿਆਨੀਆਂ ਦੀ ਅਵਸਥਾ ਹੈ। ਉਹਨਾਂ ਨੂੰ ਮੌਤ ਵਿੱਚੋਂ ਵੀ ਆਨੰਦ ਪ੍ਰਤੀਤ ਹੁੰਦਾ ਹੈ। ਆਸਾ ਮਹੱਲਾ ਪੰਜਵਾਂ। ਬਿਰਹੜੇ ਘਰ ਚੌਥਾ, ਸ਼ੰਤਾਂ ਕੀ ਜਤ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਰ ਬ੍ਰਹਮ ਪ੍ਰਭ ਸਿਮਰਿਐ ਪਿਆਰੇ, ਦਰਸ਼ਨ ਕਉ ਬਲ ਜਾਉ।
ਹੁਣ ਜੋ ਅੱਗੇ ਸ਼ਬਦ ਆ ਰਹੇ ਨੇ ਉਹ ਵੀ ਪੰਜਵੇਂ ਗੁਰਦੇਵ ਜੀ ਦੇ ਹਨ। ਆਸਾ ਮਹੱਲਾ ਪੰਜਵਾਂ ਆਸਾ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਨ ਕੀਤੇ ਨੇ। ਬਿਰਹੜੇ, ਇਹ ਜਿਹੜੇ ਵਿਛੋੜੇ ਦੇ ਨਾਲ ਭਰੇ ਹੋਏ, ਪਿਆਰ ਦੇ ਨਾਲ, ਪ੍ਰਭੂ ਪਿਆਰ ਦੇ ਨਾਲ ਭਰੇ ਹੋਏ ਇਹ ਸ਼ੰਤ ਨੇ। ਕਰ ਚੌਥਾ, ਚੌਥੇ ਕਰ ਸੁਰਤਾਲ ਦੇ ਵਿੱਚ ਇਹਨਾਂ ਨੂੰ ਗਾਵਿਆ ਹੈ। ਸ਼ੰਤਾਂ ਕੀ ਜਤ, ਤੇ ਹਜ਼ੂਰ ਕਹਿੰਦੇ ਨੇ ਵੀ ਇਹ ਜਿਹੜੇ ਪਿੱਛੇ ਬਿਰਹੇ ਸ਼ੰਤ ਆਏ ਨੇ ਉਹਨਾਂ ਦੀ ਜਤ ਚਾਲ ਦੇ ਨਾਲ ਇਹਨਾਂ ਨੂੰ ਗਾਇਨ ਕਰਨਾ ਹੈ। ਵੀ ਇਹ ਜਿਹੜੇ ਬਿਰਹੜੇ ਵਿਛੋੜੇ ਵਾਲੇ ਪਿੱਛੇ ਚੌਥੇ ਕਰ ਸੁਰਤਾਲ ਦੇ ਵਿੱਚ ਗਾਏ ਸ਼ੰਤ ਨੇ, ਉਹਨਾਂ ਦੀ ਜਤ ਚਾਲ ਦੇ ਨਾਲ ਇਹਨਾਂ ਸ਼ੰਤਾਂ ਨੂੰ ਗਾਇਨ ਕਰਨਾ ਹੈ। ਤੇ ਜਿਹੜਾ ਜਤ ਸ਼ਬਦ ਹੈ ਵੀ ਇਹਦਾ ਅਰਥ ਹੈ ਵੀ ਸੰਗੀਤ ਦੀ ਧਾਰਨਾ ਦਾ ਨਾਮ ਹੈ। ਵੀ ਇਹ ਸੰਗੀਤ ਦੀ ਧਾਰਨਾ ਦੇ ਨਾਲ, ਜਾਂ ਜਤ ਵੀ ਜਿਹੜੇ ਜੋੜੀ ਦੇ ਮਰਦੰਗ ਦੇ ਕੁਛ ਤਾਲ ਹੁੰਦੇ ਨੇ, ਜਿੱਥੇ ਕੋਈ ਥੋੜਾ ਜਿਹਾ ਠਹਿਰਾਅ ਆਉਂਦਾ ਉਹਨੂੰ ਜਤ ਕਹਿੰਦੇ ਨੇ। ਤੇ ਡਾਕਟਰ ਚਰਨ ਸਿੰਘ ਜੀ ਨੇ ਲਿਖਿਆ ਹੈ ਵੀ ਜਤ, ਗਤ ਅਤੇ ਬੋਲ ਇਹ ਜਿਹੜੇ ਮਰਦੰਗ ਦੇ ਕੁਛ ਕਰਤੱਵ ਹੁੰਦੇ ਨੇ, ਉਹਦੇ ਕੁਛ ਹੁਨਰ ਹੁੰਦੇ ਨੇ। ਵੀ ਜਤ ਵੀ ਉਹਦੇ ਵਿੱਚ ਆਉਂਦਾ। ਗਤ ਜਦੋਂ ਬੰਦ ਹੱਥਾਂ ਦੇ ਨਾਲ ਮਰਦੰਗ ਵਜਾਇਆ ਜਾਂਦਾ ਉਹਨੂੰ ਗਤ ਕਹਿੰਦੇ ਨੇ। ਤੇ ਜਤ ਉਸ ਨੂੰ ਕਹਿੰਦੇ ਨੇ ਵੀ ਇੱਕ ਹੱਥ ਖੁੱਲ੍ਹਾ ਧਾਮੇ ਦਾ ਤੇ ਦੂਸਰਾ ਹੱਥ ਬੰਦ ਰੱਖ ਕੇ ਜਿਹੜੀ ਕੋਈ ਤਾਲ ਵਜਾਇਆ ਜਾਵੇ ਉਹਨੂੰ ਜਤ ਕਹਿੰਦੇ ਨੇ। ਤੇ ਚੌਥੇ ਨੰਬਰ ਤੇ ਹੈਗਾ ਸਾਥ। ਸਾਥ ਦੋਵੇਂ ਹੱਥ ਖੁੱਲ੍ਹੇ ਮਾਰ ਕੇ ਜਿਹੜੀ ਕੋਈ ਖੁੱਲ੍ਹੇ ਬੋਲ ਵਜਾਏ ਜਾਂਦੇ ਨੇ ਉਹਨਾਂ ਨੂੰ ਸਾਥ ਕਹਿੰਦੇ ਨੇ। ਜਤ, ਗਤ, ਸਾਥ ਇਹ ਤਿੰਨ ਮਰਦੰਗ ਦੇ ਕਰਤੱਵ ਹੁੰਦੇ ਨੇ ਅਥਵਾ ਗੁਣ ਹੁੰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਮੰਗਲਾਚਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪਾਈ ਮਿਲਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਿਆਰੇ ਸ਼ਬਦ ਦੁਆਰਾ ਜਿਗਿਆਸੂ ਨੂੰ ਵੀ ਸੰਬੋਧਨ ਕੀਤਾ ਹੈ ਤੇ ਪਿਆਰੇ ਸ਼ਬਦ ਦੁਆਰਾ ਕਿਤੇ ਕਿਤੇ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਅੱਗੇ ਚੱਲ ਕੇ ਸੰਬੋਧਨ ਕੀਤਾ ਹੈ। ਲੋ ਸੰਗਤਾਂ, ਇਹਨਾਂ ਸ਼ੰਤਾਂ ਦੀ ਵਿਚਾਰ ਸੁਣੋ। ਔਰ ਇਹਦੇ ਲਈ ਇੱਕ ਜ਼ਰੂਰੀ ਬੇਨਤੀ ਇਹ ਵੀ ਹੈ ਵੀ ਇਹ ਜਿਹੜੇ ਸ਼ਬਦ ਨੇ ਨਾ ਬਈ ਕੁਛ ਗੁਰਮੁਖ ਪਿਆਰੇ ਸ੍ਰੀ ਦਰਬਾਰ ਸਾਹਿਬ ਚੌਂਕੀ ਸਾਹਿਬ ਕੱਢਦੇ ਨੇ ਤੇ ਉਹ ਬੜੇ ਪਿਆਰ ਤੇ ਬੜੇ ਸੋਹਣੇ ਰਹਾ ਦੇ ਨਾਲ ਇਹਨਾਂ ਸ਼ਬਦਾਂ ਨੂੰ ਉਹ ਪੜ੍ਹਦੇ ਨੇ। ਇਹ ਇੱਕ ਪੁਰਾਣੀ ਪਰੰਪਰਾ ਹੈ ਜਿਸ ਨੂੰ ਉਹਨਾਂ ਨੇ ਹਾਲੇ ਤੱਕ ਕਾਇਮ ਰੱਖਿਆ ਹੋਇਆ ਹੈ। ਪਾਰ ਬ੍ਰਹਮ ਪ੍ਰਭ ਸਿਮਰਿਐ ਪਿਆਰੇ, ਦਰਸ਼ਨ ਕੋ ਬਲ ਜਾਓ। ਹੇ ਪਿਆਰੇ, ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਨਾ ਚਾਹੀਦਾ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨਾ ਚਾਹੀਦਾ ਹੈ ਤੇ ਉਸ ਵਾਹਿਗੁਰੂ ਦੇ ਦਰਸ਼ਨਾਂ ਤੋਂ ਬਲਿਹਾਰ ਜਾਣਾ ਚਾਹੀਦਾ ਹੈ। ਜੇ ਸਿਮਰਤ ਦੁਖ ਬਿਸਰਹਿ ਪਿਆਰੇ, ਸੋ ਕਿਉ ਤਜਣਾ ਜਾਏ। ਹੇ ਪਿਆਰੇ, ਜਿਸ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਸਾਰੇ ਦੁੱਖ ਵਿਸਰ ਜਾਂਦੇ ਨੇ, ਸਾਰੇ ਦੁੱਖ ਭੁੱਲ ਜਾਂਦੇ ਨੇ, ਸੋ ਕਿਉਂ ਤਜਣਾ ਜਾਏ। ਵੀ ਦੱਸੋ ਉਸ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ। ਭਾਵ ਹਰ ਵਕਤ ਹਰ ਵੇਲੇ ਉਸ ਵਾਹਿਗੁਰੂ ਦਾ ਨਾਮ ਚੇਤੇ ਕਰਨਾ ਚਾਹੀਦਾ ਹੈ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਇਹੋ ਤਨ ਵੇਚੀ ਸੰਤ ਪੈ ਪਿਆਰੇ, ਪ੍ਰੀਤਮ ਦੇ ਮਿਲਾਏ। ਹਜ਼ੂਰ ਕਹਿੰਦੇ ਨੇ ਭਾਈ ਇਹ ਜਿਹੜਾ ਤਨ ਸਰੀਰ ਹੈ, ਹੇ ਪਿਆਰੇ, ਇਹ ਜਿਗਿਆਸੂ ਨੂੰ ਸੰਬੋਧਨ ਕੀਤਾ ਹੈ ਵੀ ਹੇ ਪਿਆਰੇ, ਵੀ ਇਹ ਜਿਹੜਾ ਤਨ ਹੈ ਵੀ ਸੰਤਾਂ ਦੇ ਪਾਸ ਵੇਚ ਦੇਣਾ ਚਾਹੀਦਾ ਹੈ। ਇੱਥੇ ਸੰਤ ਗੁਰੂ ਦਾ ਵਾਚਕ ਸਮਝਣਾ ਵੀ ਗੁਰੂ ਦੇ ਪਾਸ ਆਪਣਾ ਸਰੀਰ ਵੇਚ ਦੇਣਾ ਚਾਹੀਦਾ ਹੈ। ਕਿਉਂ? ਪ੍ਰੀਤਮ ਦੇ ਮਿਲਾਏ। ਤੇ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਪਿਆਰੇ ਪ੍ਰਭੂ ਦੇ ਨਾਲ ਮਿਲਾ ਦਿੰਦੇ ਹਨ। ਸੁਖ ਸੀਗਾਰ ਬਿਖਿਆ ਕੇ ਫੀਕੇ, ਤਾ ਛੋਡੇ ਮੇਰੀ ਮਾਏ। ਐ ਮੇਰੀ ਮਾਂ, ਜਿੰਨੇ ਵੀ ਬਿਖਿਆ ਦਾ ਅਰਥ ਮਾਇਆ ਦੇ ਸੁਖ ਸ਼ਿੰਗਾਰ ਨੇ, ਇਹ ਸਾਰੇ ਹੀ ਸਾਨੂੰ ਤਾਂ ਫਿੱਕੇ ਨਜ਼ਰ ਆਉਂਦੇ ਨੇ, ਕਿਉਂਕਿ ਗੁਰੂ ਦੀ ਕਿਰਪਾ ਦੁਆਰਾ ਨਾਮ ਬਾਣੀ ਦਾ ਰਸ ਪ੍ਰਾਪਤ ਹੋ ਗਿਆ। ਹੁਣ ਇਹਨਾਂ ਨੂੰ ਫਿੱਕੇ ਜਾਣ ਕੇ ਤਾ ਛੋਡੇ ਮੇਰੀ ਮਾਏ, ਅਸੀਂ ਇਹਨਾਂ ਨੂੰ ਤਿਆਗ ਦਿੱਤਾ ਹੈ।
ਬਾਹਰੋਂ ਵੀ ਤਿਆਗ ਦਿੱਤਾ, ਅੰਦਰੋਂ ਮਨੋਂ ਵੀ ਛੱਡ ਦਿੱਤਾ ਹੈ। ਕਾਮ ਕ੍ਰੋਧ ਲੋਭ ਤਜ ਗਏ ਪਿਆਰੇ, ਸਤਿਗੁਰ ਚਰਨੀ ਪਾਏ। ਹਜ਼ੂਰ ਫਰਮਾਉਂਦੇ ਨੇ, ਭਾਈ ਸਤਿਗੁਰੂ ਦੇ ਚਰਨੀ ਪੈਣ ਦੇ ਨਾਲ ਕਾਮ ਕ੍ਰੋਧ ਲੋਭ ਆਦਿਕ ਵਿਕਾਰ ਸਾਰੇ ਸਾਨੂੰ ਛੱਡ ਗਏ ਨੇ। ਹੇ ਪਿਆਰੇ ਜਗਿਆਸੂ, ਬਈ ਸਤਿਗੁਰੂ ਦੇ ਚਰਨੀ ਪੈਣ ਦੇ ਨਾਲ ਸਾਨੂੰ ਇਹ ਲਾਭ ਹੋਇਆ ਹੈ, ਇਹ ਜਿਹੜੇ ਕਾਮ ਕ੍ਰੋਧ ਲੋਭ ਆਦਿਕ ਵਿਕਾਰ ਸਨ ਇਹ ਸਾਨੂੰ ਛੱਡ ਗਏ। ਕਿਉਂਕਿ ਜੇ ਅਸੀਂ ਇਹਨਾਂ ਵਿਕਾਰਾਂ ਨੂੰ ਆਪਣੇ ਆਪ ਛੱਡਣਾ ਚਾਹੀਏ ਨਹੀਂ ਛੱਡ ਸਕਦੇ, ਕਿਉਂਕਿ ਇਹ ਸਾਡੇ ਨਾਲੋਂ ਬਲਵਾਨ ਨੇ, ਤਕੜੇ ਨੇ। ਇਸੇ ਲਈ ਤਾਂ ਸਤਿਗੁਰੂ ਨੇ ਲਿਖਿਆ ਹੈ, ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ, ਜਿਨ ਪੰਜ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਤੇ ਇਹਨਾਂ ਪੰਜਾਂ ਨੂੰ ਉਹੀ ਵਸ ਕਰਦਾ ਜਿਨ੍ਹਾਂ ਤੇ ਸਤਿਗੁਰੂ ਦੀ ਮਿਹਰ ਹੁੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਹੇ ਪਿਆਰੇ, ਸਤਿਗੁਰੂ ਦੇ ਚਰਨੀ ਪੈਣ ਦੇ ਨਾਲ ਵੀ ਇਹ ਜਿਹੜੇ ਵਿਕਾਰ ਨੇ ਵੀ ਸਾਡਾ ਖਹਿੜਾ ਛੱਡ ਗਏ ਹਨ। ਜੋ ਜਨ ਰਾਤੇ ਰਾਮ ਸਿਉ ਪਿਆਰੇ, ਅੰਤ ਨ ਕਾਹੂ ਜਾਏ। ਹੇ ਪਿਆਰੇ ਗੁਰਸਿੱਖਾ, ਜੋ ਜਨ ਗੁਰਸਿੱਖ ਮਾਈ ਭਾਈ ਉਸ ਵਾਹਿਗੁਰੂ ਦੇ ਨਾਲ ਰੰਗੇ ਗਏ ਨੇ, ਉਸ ਪ੍ਰਭੂ ਦੇ ਪਿਆਰ ਦੇ ਵਿੱਚ ਰੰਗੇ ਗਏ ਨੇ, ਅੰਤ ਨਾ ਕਾਹੂ ਜਾਏ, ਫਿਰ ਉਹ ਉਸ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਂਦੇ। ਕੁਦਰਤੀ ਗੱਲ ਹੈ, ਜਦੋਂ ਕਿਸੇ ਦਾ ਮਨ ਕਿਸੇ ਦੇ ਪਿਆਰ ਦੇ ਵਿੱਚ ਮਗਨ ਹੋ ਜਾਂਦਾ ਹੈ, ਫਿਰ ਉਹਨੂੰ ਛੱਡਣਾ ਬਹੁਤ ਔਖਾ ਹੁੰਦਾ ਹੈ। ਦੁਨਿਆਵੀ ਦ੍ਰਿਸ਼ਟੀਕੋਣ ਤੋਂ ਵੀ ਕਿਸੇ ਬੰਦੇ ਦਾ ਕਿਸੇ ਦੂਸਰੇ ਵਿਅਕਤੀ ਨਾਲ ਪਿਆਰ ਹੋ ਜਾਵੇ, ਉਹਨੂੰ ਭੁਲਾਉਣਾ ਔਖਾ ਹੋ ਜਾਂਦਾ ਹੈ। ਤੇ ਹਜ਼ੂਰ ਕਹਿੰਦੇ, ਜਿਨ੍ਹਾਂ ਦਾ ਵਾਹਿਗੁਰੂ ਨਾਲ ਪਿਆਰ ਹੋ ਜਾਂਦਾ ਹੈ, ਜਿਨ੍ਹਾਂ ਦਾ ਉਸ ਪ੍ਰਭੂ ਦੇ ਪਿਆਰ ਦੇ ਵਿੱਚ ਮਨ ਰੰਗਿਆ ਜਾਂਦਾ ਹੈ, ਫਿਰ ਉਹ ਵੀ ਉਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਂਦੇ। ਹੋਰ ਪਾਸੇ ਉਹੀ ਜਾਂਦਾ ਹੈ ਜਿਹਦੇ ਅੰਦਰੋਂ ਪਿਆਰ ਦਾ ਅਭਾਵ ਹੋ ਜਾਂਦਾ ਹੈ। ਹਰ ਰਸ ਜਿਨੀ ਚਾਖਿਆ ਪਿਆਰੇ, ਤ੍ਰਿਪਤ ਰਹੇ ਆਗਾਏ। ਹਜ਼ੂਰ ਫਰਮਾਉਂਦੇ ਨੇ, ਐ ਪਿਆਰੇ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਚਖਿਆ ਹੈ, ਤ੍ਰਿਪਤ ਰਹੇ ਆਗਾਏ, ਉਹ ਮਨ ਕਰਕੇ ਵੀ ਤ੍ਰਿਪਤ ਹੋ ਗਏ ਨੇ ਤੇ ਸਰੀਰ ਕਰਕੇ ਵੀ ਉਹ ਰੱਜ ਗਏ ਹਨ। ਉਹਨਾਂ ਦੇ ਤਨ ਤੇ ਮਨ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਗਈਆਂ ਹਨ।